ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਸਿਰ ਰਾਗ ਮਹੱਲਾ ਪੰਜਵਾਂ। ਦੁਕਿਰਤ ਸੁਕਿਰਤ ਮਨ ਦੇ ਸੰਸਾਰ ਸਗਲਾਣਾ, ਦੋਇ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ। ਠਾਕਰ ਸਰਬੇ ਸਮਾਣਾ, ਕਿਆ ਕਹਿਓ ਸੁਣਿਓ ਸੁਆਮੀ ਤੂੰ ਵੱਡ ਪੁਰਖ ਸੁਜਾਣਾ ਰਹਾਓ। ਮਾਨ ਅਬਾਨ ਮੰਦੇ ਸੋ ਸੇਵਕ ਨਾਹੀ, ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਹੀ। ਕਹਿਨ ਕਹਾਵਨ ਇਹ ਕੀਰਤ ਕਰਲਾ, ਕਥਨ ਕਹਿਨ ਤੇ ਮੁਕਤਾ ਗੁਰਮੁਖ ਕੋਈ ਵਿਰਲਾ। ਗਤ ਅਵਗਤ ਕੁਛ ਨਦਰ ਨ ਆਇਆ, ਸੰਤਨ ਕੀ ਰਹਿਣ ਨਾਨਕ ਦਾਨ ਪਾਇਆ। ਗਵਤ ਅਵਗਤ ਕੁਛ ਨਦਰ ਨ ਆਇਆ, ਸੰਤਨ ਕੀ ਰਹਿਣ ਨਾਨਕ ਦਾਨ ਪਾਇਆ। ਗੁਰੂ ਜੀ ਕਹਿੰਦੇ ਹਨ ਕਿ ਹੇ ਭਾਈ, ਇਹ ਸਾਰਾ ਸੰਸਾਰ ਮਾੜੇ ਅਤੇ ਚੰਗੇ ਕਰਮਾਂ ਵਿੱਚ ਹੀ ਸਮਾਇਆ ਹੋਇਆ ਹੈ। ਇਹਨਾਂ ਦੋਹਾਂ ਤੋਂ ਰਹਿਤ ਕੋਈ ਭਗਤ ਹੀ ਹੋ ਸਕਦਾ ਹੈ, ਪਰ ਇਹ ਗੱਲ ਕੋਈ ਵਿਰਲਾ ਹੀ ਜਾਣਦਾ ਹੈ। ਹੇ ਪਰਮਾਤਮਾ, ਤੂੰ ਸਭ ਵਿੱਚ ਸਮਾਇਆ ਹੋਇਆ ਹੈ। ਹੇ ਸੁਆਮੀ, ਮੈਂ ਕੀ ਕਹਾਂ ਅਤੇ ਕੀ ਸੁਣਾ। ਤੂੰ ਬਹੁਤ ਵੱਡਾ ਅਤੇ ਸੂਝਵਾਨ ਪੁਰਖ, ਪਰਮ ਸਤਾ ਅਕਾਲ ਪੁਰਖ ਹੈ। ਗੁਰੂ ਜੀ ਕਹਿੰਦੇ ਹਨ ਕਿ ਇਸ ਸੰਸਾਰ ਵਿੱਚ ਮਾਨ ਅਤੇ ਅਪਮਾਨ ਵਿੱਚ ਜੋ ਫਸਿਆ ਰਹਿੰਦਾ ਹੈ ਉਹ ਸੇਵਕ ਨਹੀਂ ਹੋ ਸਕਦਾ। ਫਿਰ ਕਹਿੰਦੇ ਹਨ, ਹੇ ਸੰਤ ਜਨੋ, ਸਭ ਨੂੰ ਸਮਾਨ ਦੀ ਦ੍ਰਿਸ਼ਟੀ ਨਾਲ ਵੇਖਣ ਵਾਲਾ ਕਰੋੜਾਂ ਵਿੱਚ ਕੋਈ ਵਿਰਲਾ ਹੀ ਹੁੰਦਾ ਹੈ। ਕਹਿਣ ਕਹਾਵਣ ਦੀਆਂ ਗੱਲਾਂ ਨੂੰ ਹੀ ਲੋਕਾਂ ਨੇ ਹਰ ਜਸ ਦੀ ਧੁਨੀ ਮੰਨ ਲਿਆ ਹੈ। ਜੋ ਕਹਿਣ ਅਤੇ ਕਥਨ ਤੋਂ ਮੁਕਤ ਹੈ, ਬਾਹਰ ਹੈ, ਉਹ ਕੋਈ ਬਿਰਲਾ ਗੁਰਮੁਖ ਹੀ ਹੋ ਸਕਦਾ ਹੈ ਜੋ ਸਮਝ ਸਕਦਾ ਹੈ। ਗੁਰੂ ਜੀ ਕਹਿੰਦੇ ਹਨ ਕਿ ਜਿਨ੍ਹਾਂ ਨੇ ਸੰਤਾਂ ਦੀ ਚਰਨ ਧੂੜ ਦਾ ਦਾਨ ਪ੍ਰਾਪਤ ਕਰ ਲਿਆ ਹੈ, ਉਹਨਾਂ ਨੂੰ ਚੰਗਾ ਜਾਂ ਮਾੜਾ ਕੁਝ ਵੀ ਨਜ਼ਰ ਨਹੀਂ ਆਉਂਦਾ। ਭਾਵ ਉਹ ਇਹਨਾਂ ਤੋਂ ਬਹੁਤ ਉੱਚੇ ਉੱਠ ਜਾਂਦੇ ਹਨ। ਗੁਰੂ ਜੀ ਫਰਮਾਉਂਦੇ ਹਨ ਕਿ ਪਰਮਾਤਮਾ ਵਿੱਚ ਸਮਾਇਆ ਹੋਇਆ ਇਹ ਸਾਰਾ ਸਰਬ ਸ੍ਰੇਸ਼ਟ ਸਤਾ ਹੈ। ਇਹ ਜਗਤ ਭੈੜੇ ਅਤੇ ਚੰਗੇ ਕਰਮਾਂ ਵਿੱਚ ਹੀ ਸਮਾਇਆ ਹੋਇਆ ਹੈ। ਦੁਕਿਰਤ ਸੁਕਿਰਤ ਮਨ ਦੇ ਸੰਸਾਰ ਸਗਲਾਵਾ, ਦੋਇ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ। ਭਾਵ ਇਹ ਗੱਲ ਕੋਈ ਵਿਰਲਾ ਹੀ ਜਾਣ ਸਕਦਾ ਹੈ। ਇਹ ਕਿਸੇ ਸੂਝਵਾਨ ਦੇ ਗੁਰਮੁਖ ਦੇ ਹੀ ਪੱਲੇ ਪੈ ਸਕਦੀ ਹੈ। ਫਿਰ ਗੁਰੂ ਜੀ ਕਹਿੰਦੇ ਹਨ, ਠਾਕਰ ਸਰਬੇ ਸਮਾਣਾ, ਕਿਆ ਕਹਿਓ ਸੁਣਿਓ ਸੁਆਮੀ ਤੂੰ ਵੱਡ ਪੁਰਖ ਸੁਜਾਣਾ ਰਹਾਓ। ਭਾਵ ਕਿ
ਉਹ ਅਕਾਲ ਪੁਰਖ ਸਭ ਵਿੱਚ ਸਮਾਇਆ ਹੋਇਆ ਹੈ ਅਤੇ ਇਹ ਸਭ ਕੁਝ ਮੈਂ ਕਿਸ ਤਰ੍ਹਾਂ ਕਹਾਂ ਅਤੇ ਕਿਸ ਤਰ੍ਹਾਂ ਸੁਣਾ। ਹੇ ਪਰਮਾਤਮਾ, ਤੂੰ ਤੇ ਬਹੁਤ ਵੱਡਾ ਬੇਅੰਤ ਅਕਾਲ ਪੁਰਖ ਸਵਾਮੀ ਹੈ। ਫਿਰ ਗੁਰੂ ਜੀ ਕਹਿੰਦੇ ਹਨ, ਗਤ ਅਵਕਤ ਕੁਛ ਨਜ਼ਰ ਨਾ ਆਇਆ, ਸੰਤਨ ਕੀ ਰਹਿਣ ਨਾਨਕ ਦਾਨ ਪਾਇਆ। ਪਰਮਾਤਮਾ ਸਭ ਵਿੱਚ ਸਮਾਇਆ ਹੋਇਆ ਸਰਬ ਸ੍ਰੇਸ਼ਟ ਸਤਾ ਹੈ। ਇਹ ਸੰਸਾਰ ਗੁਣਾ ਔਗੁਣਾ ਵਿੱਚ ਗਲਤਾਨ ਹੋਇਆ ਪਿਆ ਹੈ। ਕੋਈ ਵਿਰਲਾ ਭਗਤ ਗੁਰਮੁਖ ਹੀ ਇਹਨਾਂ ਤੋਂ ਰਹਿਤ ਹੈ। ਅਜਿਹਾ ਸਮਦਰਸੀ ਸਾਧਕ ਕਰੋੜਾਂ ਵਿੱਚੋਂ ਕੋਈ ਵਿਰਲਾ ਹੀ ਹੁੰਦਾ ਹੈ। ਸੰਤਾਂ ਦੀ ਚਰਨ ਧੂੜ ਪ੍ਰਾਪਤ ਕਰਨ ਨਾਲ, ਭਾਵ ਗੁਰੂ ਦੇ ਸ਼ਬਦ ਦੀ ਸਿੱਖ ਤੇ ਰਸਤੇ ਤੇ ਚੱਲਣ ਨਾਲ ਜੋ ਮਨੁੱਖ ਰੂਟੀਨ ਨਾਲ ਇਹ ਕਰਦੇ ਹਨ, ਫਿਰ ਉਹ ਅਕਾਲ ਪੁਰਖ ਦੀ ਕਿਰਪਾ ਦ੍ਰਿਸ਼ਟੀ ਨਾਲ ਗੁਰਮੁਖ ਬਣ ਜਾਂਦੇ ਹਨ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।